ਜਿੰਦੇ ਸਾਰੇ ਆਪਣੇ ਲਈ ਹੈਗੇ ਜੀ, ਅਗਰ ਦੂਜਿਆਂ ਦੇ ਲਈ ਜੀਆ ਜਾਏ ਤਾਂ ਬਹੁਤ ਅੱਛੀ ਗੱਲ ਹੈ। 48 के करीब मेरे पास वर्ल्ड रिकॉर्ड है, 7 नेशनल रिकॉर्ड्स हैं और 14 इंटरनेशनल रिकॉर्ड्स हैं और 68 बुक्स में मेरा नाम रजिस्टर्ड है। ਸਭ ਤੋਂ ਪਹਿਲਾਂ ਫਿਰ ਤੁਹਾਨੂੰ ਕਦੋਂ ਕਾਲ ਆਉਂਦੀ ਆ, ਕਿੰਨਾ ਦਾ ਤੁਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਕੀਤਾ, ਮਦਦ ਕੀਤੀ ਪੰਛੀ ਨੂੰ ਲੈ ਕੇ? ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ, ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ। ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਮੁਫਤ ਦਵਾਈ ਮੁਫਤ ਇਲਾਜ ਨਿਖਰ ਰਿਹਾ ਪੰਜਾਬ। ਸਭ ਤੋਂ ਪਹਿਲਾਂ ਦੇਖੋ ਜੀ, ਮੈਨੂੰ ਆਈ ਗਲੈਰੀ ਦੀ ਜੀ। ਉਹ ਫਿਰ ਮੈਂ ਸੋਚਿਆ ਮੈਂ ਤਾਂ ਪੰਛੀਆਂ ਦਾ ਕਰ ਉਡਣ ਵਾਲੇ ਪੰਛੀਆਂ ਦਾ। ਮੈਂ ਕਿਹਾ ਨਹੀਂ ਚਲੋ ਕੋਈ ਗੱਲ ਨਹੀਂ, ਇਹ ਵੀ ਇੱਕ ਜੀਵ ਹੈਗਾ। ਹੁਣ ਤੱਕ ਓਵਰਆਲ ਟੋਟਲ ਦੇਖੀਏ ਤਾਂ ਕਿੰਨੇ ਕੁ ਪੰਛੀਆਂ ਦਾ ਤੁਸੀਂ ਇਲਾਜ ਕਰ ਚੁੱਕੇ ਹੋ ਤੇ ਕਿੰਨੇ ਕੁ ਪੰਛੀਆਂ ਦਾ ਤੁਸੀਂ ਆਪਣੇ ਹੱਥਾਂ ਦੇ ਨਾਲ ਸੰਸਕਾਰ ਕਰ ਚੁੱਕੇ ਹੋ? मैं 1255 के करीब में इनका अंतिम संस्कार कर चुका हूँ और 1150 के करीब में इनका इलाज करके अपने घर से या हॉस्पिटल से कहीं से भी तो उनको मैं आज़ाद कर चुका हूँ। तो मैं भी इनकी आत्मा की शांति के लिए हर साल पिछले 4 साल से पंडित बुलवा कर स्पेशल मैं इनके लिए अमल कर रहा हूँ। ਕਈ ਵਾਰ ਅਸੀਂ ਘਰਾਂ 'ਚ ਦੇਖਦੇ ਹਾਂ ਬਹੁਤ ਸਾਰੇ ਲੋਕ ਨਾ ਪੰਛੀਆਂ ਨੂੰ ਕੈਦ ਕਰਕੇ ਰੱਖਦੇ ਆ ਆਪਣੀ ਖੁਸ਼ੀ ਦੇ ਲਈ। ਅਸੀਂ ਬਹੁਤ ਸਾਰੇ ਇੱਦਾਂ ਦੇ ਪੰਛੀ ਹੁੰਦੇ ਨੇ ਜਿਹੜੇ ਜਾਨਵਰ ਵੀ ਕਈਆਂ ਨੇ ਕਈ ਬਹੁਤ ਰੱਖੇ ਹੁੰਦੇ ਨੇ ਘਰਾਂ 'ਚ ਰੱਖ ਕੇ। ਇਹ ਸਭ ਨੂੰ ਆਜ਼ਾਦੀ ਪਸੰਦ ਹੈ। ਹੁਣ ਅਸੀਂ ਵੀ ਅਗਰ 2 ਦਿਨ ਅਗਰ ਆਪਣੇ ਘਰ ਦੇ ਵਿੱਚ ਬੰਦ ਰਵਾਂਗੇ ਤਾਂ ਸਾਡਾ ਵੀ ਸਾਹ ਘੁੱਟਣਾ ਸ਼ੁਰੂ ਹੋ ਜਾਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਖੁਸ਼ੀ ਸਰਾ। ਜ਼ਿੰਦਗੀ 'ਚ ਸਭ ਤੋਂ ਨੇਕ ਕੰਮ ਆ ਦੂਜਿਆਂ ਦੀ ਮਦਦ ਕਰਨਾ, ਨਾ ਸਿਰਫ ਇਨਸਾਨਾਂ ਦੀ ਹੀ ਬਲਕਿ ਜੀਵ ਜੰਤੂ ਪਸ਼ੂ ਪੰਛੀ ਹਰ ਉਸਦੀ ਜਿਸਦੀ ਇੱਕ ਜ਼ਿੰਦਗੀ ਆ। ਸੋ ਇੱਕ ਬੜਾ ਹੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਪ੍ਰਿੰਸ ਮਹਿਰਾ ਜੀ ਦੇ ਵੱਲੋਂ, ਜਿਹੜੇ ਕਿ ਪੰਛੀਆਂ ਦੇ ਲਈ ਅੱਗੇ ਆਏ ਨੇ। ਉਹ ਪੰਛੀ ਜਿਹੜੇ ਕਿ ਜ਼ਖਮੀ ਹੋ ਜਾਂਦੇ ਨੇ ਜਾਂ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ, ਉਹਨਾਂ ਦਾ ਸੰਸਕਾਰ ਵੀ ਕਰਦੇ ਨੇ ਤਾਂ ਅਗਰ ਜ਼ਖਮੀ ਹੋ ਜਾਵੇ ਤਾਂ ਉਹਨਾਂ ਦਾ ਇਲਾਜ ਵੀ ਕਰ ਰਹੇ ਨੇ। ਇੱਕ ਲੰਬੇ ਸਮੇਂ ਤੋਂ ਪ੍ਰਿੰਸ ਮਹਿਰਾ ਜੀ ਦੇ ਵੱਲੋਂ ਇਹ ਇੱਕ ਯੋਗਦਾਨ ਪਾਇਆ ਜਾ ਰਿਹਾ ਹੈ ਪੰਛੀਆਂ ਦੀ ਮਦਦ ਦੇ ਲਈ। ਉਹਨਾਂ ਨੂੰ ਜ਼ਖਮੀ ਹਾਲਾਤ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਅੱਛੀ ਜ਼ਿੰਦਗੀ ਦੇਣ ਦੇ ਲਈ ਇਹਨਾਂ ਦੇ ਵੱਲੋਂ ਕਾਫੀ ਸਾਰੇ ਉਪਰਾਲੇ ਕੀਤੇ ਜਾਂਦੇ ਨੇ। ਸੋ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੇ ਇਸ ਜਰਨੀ ਦੇ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰਿੰਸ ਜੀ। ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ। ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੀ ਸਤਿ ਸ੍ਰੀ ਅਕਾਲ। ਸੋ ਪ੍ਰਿੰਸ ਸਰ, ਮੈਂ ਨਾ ਦੇਖ ਰਹੀ ਹਾਂ ਤੁਹਾਡੇ ਕੋਲ ਸਾਈਕਲ ਵੀ ਹੈ, ਇੱਥੇ ਅਸੀਂ ਸਕੂਟੀ ਵੀ ਦੇਖ ਰਹੇ ਹਾਂ। ਤੁਸੀਂ ਦੋਨੋਂ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਬਰਡਸ ਐਂਬੂਲੈਂਸ ਦੇ ਨਾਮ ਦੇ ਨਾਲ। ਅਸੀਂ ਦੇਖ ਰਹੇ ਹਾਂ ਕਿ ਤੁਸੀਂ ਜਿਹੜੀ ਆ ਉਹ ਮਦਦ ਕਰਦੇ ਹੋ ਪੰਛੀਆਂ ਦੀ ਅੱਗੇ ਆ ਕੇ। ਤੇ ਮੈਂ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੇ ਲਈ ਤੁਹਾਡੀ ਤਾਰੀਫ ਕਰਨਾ ਚਾਹਾਂਗੀ ਕਿ ਬੜੀ ਸੋਹਣੀ ਚੀਜ਼ ਆ, ਕਿਉਂਕਿ ਅੱਜ ਕੱਲ੍ਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ। ਜਿੱਥੇ ਅੱਜ ਕੱਲ੍ਹ ਲੋਕਾਂ ਦੇ ਕੋਲ ਸਮਾਂ ਹੀ ਨਹੀਂ ਹੁੰਦਾ ਆਪਣਿਆਂ ਨੂੰ ਦੇਣ ਦੇ ਲਈ, ਉੱਥੇ ਤੁਸੀਂ ਜਿਹੜਾ ਸਮਾਂ ਕੱਢਦੇ ਹੋ। ਜਿੱਥੇ ਵੀ ਤੁਹਾਨੂੰ ਕੋਈ ਬੁਲਾਉਂਦਾ ਹੈ, ਤੁਹਾਨੂੰ ਪਤਾ ਲੱਗਦਾ ਹੈ ਕੋਈ ਪੰਛੀ ਬਿਮਾਰ ਆ, ਜ਼ਖਮੀ ਆ, ਤੁਸੀਂ ਉਸੇ ਵੇਲੇ ਪਹੁੰਚਦੇ ਹੋ। ਸੋ ਸ਼ੁਰੂਆਤ ਦੇ ਨਾਲ ਚੱਲਦੇ ਹਾਂ। ਸ਼ੁਰੂਆਤ ਕਿਵੇਂ ਹੋਈ, ਕਿਵੇਂ ਇਸ ਚੀਜ਼ ਦੇ ਵੱਲ ਤੁਸੀਂ ਚੱਲੇ, ਜਾਂ ਕੀ ਅਜਿਹਾ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਸ ਨੇ ਤੁਹਾਨੂੰ ਇਨਸਪਾਇਰ ਕੀਤਾ? ਦੇਖੋ ਜੀ, ਜਿੰਦੇ ਸਾਰੇ ਆਪਣੇ ਲਈ ਹੈਗੇ ਜੀ, ਅਗਰ ਦੂਜਿਆਂ ਦੇ ਲਈ ਜੀਆ ਜਾਏ ਤਾਂ ਬਹੁਤ ਅੱਛੀ ਗੱਲ ਹੈ। ਕਿਉਂਕਿ ਸਾਨੂੰ ਇੱਕ ਜੂਨ ਇਹੋ ਜਿਹੀ ਮਿਲੀ ਹੋਈ ਹੈ ਜਿਹਦੇ ਅਸੀਂ ਹਰ ਚੀਜ਼ ਸੋਚ ਸਮਝ ਸਕਦੇ ਹੈਗੇ ਆ। ਅਗਰ ਅਸੀਂ ਉਸ ਦੇ ਵਿੱਚ ਵੀ ਆ ਕੇ ਅਸੀਂ ਕੋਈ
ਧਰਮ ਦਾ ਕੰਮ ਨਹੀਂ ਕਰਦੇ ਤਾਂ ਸਾਡੀ ਜਿਹੜੀ ਜੂਨ ਹੈ ਉਹ ਬੇਅਰਥ ਹੈਗੀ ਹੈ। ਮੈਂ NGO ਯੁਵ ਸੱਤਾ ਦੇ ਨਾਲ 2011 ਚ ਫਿਰੋਜ਼ਪੁਰ ਗਿਆ ਸੀਗਾ। ਉੱਥੇ ਕੋਈ ਕੰਮ ਕਰਨ ਵਾਲੀ ਸੀਗੀ ਲੇਡੀਜ਼, ਉਹ ਕਬੂਤਰ ਨੂੰ ਡਸਟਬਿਨ ਚ ਪਾ ਰਹੀ ਸੀਗੀ। ਤਾਂ ਮੈਂ ਅਚਾਨਕ ਹੀ ਪੁੱਛ ਲਿਆ, ਮੈਂ ਕਿਹਾ ਇਹਨੂੰ ਕਿਆ ਹੋ गया? कह रही इसको करंट लग गया। तो मैं कह रही पता नहीं आज सुबह भी एक कबूतर को करंट लगा था। मैंने कहा वो कहाँ है? वो कह रही वो डस्टबिन में है। तो मैंने उसके हाथ से लिया और डस्टबिन से निकाला और मैंने सोचा कि जैसे इन्होंने डस्टबिन में डाल दिया उसी तरह ये आगे जो कूड़े में डाल देंगे, जो वहाँ जाके सड़ जाएंगे 2 दिन बाद। तो इनकी जो बदबू है जो पर्यावरण में फैलेगी, पर्यावरण को नुकसान होगा, सांस के जरिए हमारे अंदर जाएगी, बीमारी फैलेगी। मैंने कहा नहीं, आज से मैं इसके लिए इनके लिए कुछ करना पड़ेगा, क्योंकि आज तक मैंने पहले 2011 से पहले ऐसी कोई एम्बुलेंस नहीं सुनी थी जो पंछियों के लिए है, जानवरों के लिए मैंने सुनी थी, एनिमल्स के लिए। मैंने कहा नहीं, मुझे इनके लिए कुछ करना चाहिए, क्योंकि ये छोटे पंछी होते हैं, इनके लिए कोई सोचता नहीं है। तो मैं जब 4 दिन बाद अपने टूर से वापस आया तो मैंने अपने इश्तहार बंटवाए, उसमें अपील लिख दी, वे भाइयों बहनों बच्चों बुजुर्गों, किसी को भी अगर कोई इंजर्ड पंछी जब मरा हुआ पंछी मिलता है तो मुझे इस नंबर से कांटेक्ट करें। तो 2011 से जो मेरा ये इनके प्रति जो सेवा का जो सिलसिला है 2011 से शुरू हुआ है। ਸੋ ਸਭ ਤੋਂ ਪਹਿਲਾਂ ਫਿਰ ਤੁਹਾਨੂੰ ਕਦੋਂ ਕਾਲ ਆਂਦੀ ਆ? ਕਿੰਨਾ ਦਾ ਤੁਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਕੀਤਾ, ਮਦਦ ਕੀਤੀ ਪੰਛੀ ਨੂੰ ਲੈ ਕੇ? ਕਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਅਪਰੋਚ ਹੋਈ ਸੀ? ਸਭ ਤੋਂ ਪਹਿਲਾਂ ਦੇਖੋ ਜੀ, ਮੈਨੂੰ ਆਈ ਗਲੈਰੀ ਦੀ ਜੀ। ਉਹ ਫਿਰ ਮੈਂ ਸੋਚਿਆ ਮੈਂ ਤਾਂ ਪੰਛੀਆਂ ਦਾ ਕਰ ਰਿਹਾ, ਉਡਣ ਵਾਲੇ ਪੰਛੀਆਂ ਦਾ। ਮੈਂ ਕਿਹਾ ਨਹੀਂ ਚਲੋ ਕੋਈ ਗੱਲ ਨਹੀਂ, ਇਹ ਵੀ ਇੱਕ ਜੀਵ ਹੈਗਾ। तो मैं सब तो पहला गुलैरी दी मैनू 55 सैक्टर तो मैनू कंप्लेंट आई, तो मैं फिर उसका पहले संस्कार किया जी। उस तो बाद आहिस्ता आहिस्ता मैं कबूतर कौए इन्हों का मैनू कर रहा है, क्योंकि गर्मियों के विच ज़्यादा पंछियों को ज़्यादा दिक्कत आती है, कभी पानी की दिक्कत आती है जी। कई बार इदा होंगे दुकानों के अंदर बैठे होंगे बाहर, लोग सवेरे दुकानों वाले आते हैं जी, वो पंखा चलाते हैं और डर के मारे बाहर निकलते हैं, किसी का पर पंखे च पर आ गया, कुछ हो गया जी, उस वजह नाल उन्हां दी जख्मी हो जाते हैं जी वो। तो मैं उन्होंने मैनू कॉल कर देंगे हैं, क्योंकि मेरा अखबारों के विच अखबारों के जरिए तुहाडे चैनल के जरिए मेरा नंबर जो है फ्लैश होंदा रहिंदा है, तो मैनू लोग कॉल कर देंगे जी। ਸੋ ਹੁਣ ਤੱਕ ਓਵਰਆਲ ਟੋਟਲ ਦੇਖੀਏ ਤਾਂ ਕਿੰਨੇ ਕੁ ਪੰਛੀਆਂ ਦਾ ਤੁਸੀਂ ਇਲਾਜ ਕਰ ਚੁੱਕੇ ਹੋ ਤੇ ਕਿੰਨੇ ਕੁ ਪੰਛੀਆਂ ਦਾ ਤੁਸੀਂ ਆਪਣੇ ਹੱਥਾਂ ਦੇ ਨਾਲ ਸੰਸਕਾਰ ਕਰ ਚੁੱਕੇ ਹੋ? जी साइकिल मैं पर्यावरण नू खत्म करने वास्ते, पोल्यूशन खत्म करने वास्ते मैं साइकिल 1990 में चला रहा, क्योंकि मैं साइकिल ही यूज़ करनी सी, इस करके मैं गड्डी को यूज़ नहीं करता। इसलिए मैं अपनी जो साइकिल है जो 2011 च जड़ा मेरे ना ये जड़ा मेरा हुआ था, तो मैं उस अपनी साइकिल को ही मैंने बर्ड एम्बुलेंस का नाम दे दिया। तो अब मैं इसी के ऊपर मैं जख्मी है जो मरा हुआ है उसको मैं रेस्क्यू करता हूँ। और 2011 से अब तक मैं 1255 के करीब मैं इनका अंतिम संस्कार कर चुका हूँ और 1150 के करीब मैं इनका इलाज करके अपने अपने यहाँ अपने घर से या हॉस्पिटल से कहीं से भी तो उनको मैं आज़ाद कर चुका हूँ। और लगातार मैं 4 साल से, पिछले 4 साल से, जैसे हम अपने रिश्तेदारों के लिए, फैमिली के लिए, किसी की डेथ हो जाती है, धर्मों के हिसाब से कोई पाठ करवाता है, कोई हवन करवाता है, कोई पूजा करवाता है, तो मैं भी लगातार 4 साल से, क्योंकि मैं भी इनको अपने परिवार का हिस्सा समझता हूँ, फैमिली मेम्बर समझता हूँ, क्योंकि इनके बिना पर्यावरण नहीं है, पर्यावरण के बिना हम नहीं हैं। तो मैं भी इनकी आत्मा की शांति के लिए हर साल पिछले 4 साल से पंडित बुलवा कर स्पेशल मैं इनके लिए हवन करवाता हूँ। ਸੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਾਈਕਲ ਤੇ ਨਾ ਕਾਫੀ ਸਾਰੇ ਜਿਹੜੇ ਨੇ ਉਹ ਅਸੀਂ ਬੋਰਡ ਦੇਖ ਰਹੇ ਹਾਂ, ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਹੋਈਆਂ ਨੇ। ਤੁਹਾਡੀ ਮौज ਮਸਤੀ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ, ਸੇ ਨੋ ਟੂ ਚਾਈਨਾ ਡੋਰ। ਸੋ ਇਹ ਚੀਜ਼ ਅਸੀਂ ਬਹੁਤ ਦੇਖ ਰਹੇ ਹਾਂ ਪ੍ਰਿੰਸ ਸਰ। ਹੁਣ ਵੀ ਅਸੀਂ ਦੇਖਦੇ ਹਾਂ ਬੜੇ ਸਾਰੇ ਲੋਕ ਜ਼ਖਮੀ ਹੋਏ ਨੇ, ਬੜੇ ਸਾਰੇ ਪੰਛੀਆਂ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਚਾਈਨਾ ਡੋਰ ਦੇ ਕਰਕੇ। ਤੁਹਾਡੇ ਵੱਲੋਂ ਵੀ ਜਿਹੜਾ ਆ ਉਹ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਚੀਜ਼ ਨੂੰ ਅਵੋਇਡ ਕੀਤਾ ਜਾਵੇ। देखो जी सारे नू पता है जी, डोर जी पहला डोर आती सी बड़ी अच्छी इंडियन डोर होंगी सी, वो टुट भी जाती सी, लेकिन जी चाइना डोर है ये टुटती नहीं हैगी जी, ये प्लास्टिक हैगी है। ये पंछियों नू तां नुकसान होंदा है, ह्यूमन बॉडी नू भी बड़ा नुकसान होंदा है। तुसी डेली पढ़ते हो, फेसबुक से पढ़ते हो, अखबारों से पढ़ते हो भी अज इत्थे किसी का गला कट गया, किसी का मत्था कट गया, किसी का हत्थ कट गया। मैं सब नू यही कहना चाहता है, चाहे कोई बच्चा है कोई बड़ा है, भी चाइना डोर जिन्ना हो सके इनू अवॉइड किया जाए। अपनी इंडियन चीज़ डोर हैगी है बहुत अच्छी हैगी है। अगर तुसी अपनी मौज मस्ती करनी है तो वो करो, लेकिन दूजिਆਂ ਨੂੰ ਉਸ ਤੋਂ ਨੁਕਸਾਨ ਨਾ ਹੋਏ ਉਹ ਉਪਰਾਲਾ ਨਾ ਕਰੋ। ਤੁਸੀਂ ਜਿੰਨਾ ਹੋ ਸਕਦਾ ਹੈ ਚਾਈਨਾ
ਚਾਈਨਾ ਨੂੰ ਹਰੇਕ ਚੀਜ਼ ਨੂੰ ਚਾਈਨਾ ਦੀ ਜਿਹੜੀ ਵੀ ਹੈਗੀ ਹੈ ਉਹਨੂੰ ਅਵਾਇਡ ਕੀਤਾ ਜਾਵੇ, ਆਪਣੇ ਇੰਡੀਅਨ ਨੂੰ ਆਪਣਾ ਬੜਾਵਾ ਦਿੱਤਾ ਜਾਵੇ। ਸੋ ਮੈਂ ਦੇਖ ਰਹੀ ਹਾਂ ਵਾਈਟ ਐਂਡ ਰੈੱਡ ਕਲਰ ਜਿਹੜਾ ਉਹ ਯੂਜ਼ ਕੀਤਾ ਗਿਆ ਆ। ਸਕੂਟੀ ਦੀ ਗੱਲ ਕਰੀਏ, ਸਾਈਕਲ ਦੀ ਗੱਲ ਕਰੀਏ, ਇਹੀ ਕਲਰ ਕਿਉਂ ਦੋ ਚੂਜ਼ ਕੀਤੇ? ਕਿਉਂਕਿ ਐਂਬੂਲੈਂਸ ਦੇ ਕਲਰ ਇਹੀ ਹੈ ਜੀ, ਰੈੱਡ ਔਰ ਵਾਈਟ। ਸਾਈਕਲ ਤੇ ਦੋ ਸੀਟਾਂ, ਇਹ ਕਿਉਂ? ਇਹ ਵੈਸੇ ਟ੍ਰੈਂਡੀ ਬਾਈਕ ਹੈ, ਲੋਕੀ ਜ਼ਿਆਦਾਤਰ ਸਾਈਕਲ ਨੂੰ ਤਾਂ ਦੇਖਦੇ ਹੈਗੇ ਆ, ਨਾਲ ਮੇਰੇ ਵੀ ਸੀ ਬਹਾਨੇ ਮੇਰੇ ਸਲੋਗਨ ਪੜ੍ਹ ਲੈਂਦੇ ਆ, ਤਾਂ ਕਿ ਮੇਰੇ ਦੋਨੋਂ ਮਕਸਦ ਹੋ ਜਾਂਦੇ ਆ। ਕੋਈ ਮੇਰੀ ਸਾਈਕਲ ਦੇਖ ਕੇ ਬੰਦੇ ਰੋਕ ਲੈਂਦੇ ਜੀ ਆਪਣੀ ਗੱਡੀਆਂ, ਉਹ ਫਿਰ ਖੜ ਕੇ ਫਿਰ ਉਹ ਸਲੋਗਨ ਪੜ੍ਹਨ ਲੱਗ ਜਾਂਦੇ ਹੈਗੇ ਜੀ। ਫਿਰ ਮੈਂ ਸੋਚਦਾ ਅਗਰ 10 ਬੰਦਿਆਂ 'ਚੋਂ ਅਗਰ 2 ਬੰਦੇ ਨੇ ਮੇਰੇ ਸਲੋਗਨ ਪੜ੍ਹ ਕੇ ਉਹਨਾਂ 'ਤੇ ਅਮਲ ਕਰ ਲਿਆ ਤਾਂ ਮੇਰੀ ਜ਼ਿੰਦਗੀ ਸਫਲ ਹੈ ਜੀ। ਸੋ ਅਸੀਂ ਮੈਂ ਦੇਖ ਰਹੀ ਤੁਹਾਨੂੰ ਕਾਫੀ ਸਾਰੇ ਅਵਾਰਡਸ ਵੀ ਮਿਲੇ ਨੇ, ਤੁਸੀਂ ਕਾਫੀ ਸਾਰੇ ਰਿਕਾਰਡ ਜਿਹੜੇ ਉਹ ਵੀ ਬਣਾਏ ਨੇ। ਮੈਂ ਚਾਹੁੰਦੀ ਤੁਸੀਂ ਖੁਦ ਇੱਕ ਵਾਰ ਸਾਡੀ ਆਡੀਅנס ਨੂੰ ਜ਼ਰੂਰ ਦੱਸੋ ਕਿਹੜੇ ਕਿਹੜੇ ਰਿਕਾਰਡ ਤੋੜੇ ਨੇ ਤੇ ਕਿਹੜੇ ਕਿਹੜੇ ਅਵਾਰਡਸ ਆਪਣੀ ਝੋਲੀ ਪਾਏ। ਜੀ ਨਹੀਂ, ਮੈਂ ਸਾਰੀ ਦਰਸ਼ਕਾਂ ਦਾ ਬੜਾ ਆਭਾਰੀ ਹਾਂ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਹੈਗੇ, ਚੈਨਲ ਵਾਲੇ ਮੈਨੂੰ ਇੰਨਾ ਪਿਆਰ ਕਰਦੇ ਆ ਜੀ। ਚੈਨਲਾਂ ਦੇ ਥਰੂ ਜਿਹੜਾ ਮੇਰਾ ਅੱਗੇ ਤੋਂ ਅੱਗੇ ਮੇਰੀ ਜਿਹੜੀ ਵੈਲਿਊ ਹੈ ਉਹ ਵੱਧਦੀ ਜਾ ਰਹੀ ਹੈ ਜੀ। ਮੈਨੂੰ ਹੁਣ ਤੱਕ 48 ਦੇ ਕਰੀਬ मेरे पास वर्ल्ड रिकॉर्ड है, 7 नेशनल रिकॉर्ड्स हैं और 14 इंटरनेशनल रिकॉर्ड्स हैं और 68 बुक्स में मेरा नाम रजिस्टर्ड है और 175 के करीब मेरे पास रिकॉर्ड्स हैं और स्टेट अवार्ड होल्डर हूँ और लिम्का बुक रिकॉर्ड भी मेरे नाम दर्ज है। ਅਸੀਂ ਦੇਖ ਰਹੇ ਹਾਂ ਇੱਥੇ ਸਾਨੂੰ ਜਿਹੜਾ ਸਾਰਾ ਕੁਝ ਲਿਖਿਆ ਹੋਇਆ ਉਹ ਨਜ਼ਰ ਆ ਰਿਹਾ। ਸੋ ਇਧਰਲੀ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਕਿ ਲਿਖਿਆ ਹੋਇਆ ਹੈ ਸੋਲੂਸ਼ਨ ਪੋਲੂਸ਼ਨ ਦਾ ਸਾਈਕਲ। ਸਭ ਤੋਂ ਜਿਹੜੀ ਵਧੀਆ ਚੀਜ਼ ਆ ਕਿ ਜੇ ਅਸੀਂ ਅਵੋਇਡ ਕਰਦੇ ਆ ਬਾਈਕਸ ਵਗੈਰਾ ਨੂੰ ਤਾਂ ਸਾਈਕਲ ਵੈਸੇ ਵੀ ਚਲਾਉਣਾ ਸਿਹਤ ਦੇ ਲਈ ਬਹੁਤ ਵਧੀਆ ਆ, ਬੰਦਾ ਤੰਦਰੁਸਤ ਰਹਿੰਦਾ ਆ। ਇਹਦੇ ਨਾਲ ਦੀ ਨਾਲ ਇਸ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਨੰਬਰ ਜਿਹੜੇ ਆ ਉਹ ਵੀ ਉਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਆਪਣੀ ਐਂਬੂਲੈਂਸ ਦੇ ਨਾਲ। ਜਿੰਨੇ ਵੀ ਉਹਨਾਂ ਨੂੰ ਅਵਾਰਡਸ ਮਿਲੇ, ਜੋ ਰਿਕਾਰਡ ਉਹਨਾਂ ਨੇ ਬਣਾਏ ਹੋਏ ਨੇ, ਉਹ ਵੀ ਹਰ ਇੱਕ ਜਿਹੜੀ ਆ ਇਨਫੋਰਮੇਸ਼ਨ ਉਹ ਸਾਈਕਲ ਦੇ ਉੱਪਰ ਹੀ ਤੁਹਾਨੂੰ ਜਿਹੜੀ ਆ ਆਸਾਨੀ ਦੇ ਨਾਲ ਉਹ ਮਿਲ ਜਾਏਗੀ। ਇੱਥੇ ਮੈਂ ਚੀਜ਼ ਦੇਖ ਰਹੀ ਹਾਂ ਪ੍ਰਿੰਸ ਲਿਖਿਆ ਹੋਇਆ ਹੈ ਕੋਖ को कबर ना बनाए खुशी खुशी बेटी को घर लाए। ਇਹ ਕਿਵੇਂ ਨਾਲ ਜੀ? ਖੁਸ਼ੀ ਤੁਹਾਡਾ ਨਾਮ ਵੀ ਹੈ ਜੀ। ਜਦ ਤੱਕ ਦੇਖੋ ਜੀ ਬੇਟੀ ਨਹੀਂ ਹੋਏਗੀ, ਬੇਟੀ ਦੇ ਨਾਲ ਹੀ ਸਾਰੇ ਰਿਸ਼ਤੇ ਹੈ, ਮਾਸੀ ਦਾ, ਭੂਆ ਦਾ, ਵੋਟੀ ਦਾ, ਆਪਣੀ ਸੱਸ ਦਾ। ਜਦ ਤੱਕ ਅਗਰ ਬੇਟੀ ਨੂੰ ਅਸੀਂ ਜਨਮ ਨਹੀਂ ਦੇਵਾਂਗੇ ਤੇ ਜਿਹੜੇ ਰਿਸ਼ਤੇ ਜਿੰਨੇ ਵੀ ਹੈ ਸਾਰੇ ਖਤਮ ਹੋ ਜਾਣਗੇ, ਕਿਉਂਕਿ ਇਹਨਾਂ ਦੇ ਨਾਲ ਹੀ ਜਿਹੜੀ ਸਾਡੀ ਧਰਤੀ ਹੈ ਉਹ ਉਸੇ ਦੇ ਨਾਲ ਹੀ ਚੱਲ ਰਹੀ ਹੈਗੀ ਹੈ ਜੀ। ਤਾਂ ਸਾਨੂੰ ਇਸ ਕਰਕੇ ਅਗਰ ਅਸੀਂ ਬੇਟੇ ਨੂੰ ਅਗਰ ਅਸੀਂ ਜਨਮ ਦੇ ਰਹੇ ਹਾਂ ਤਾਂ ਸਾਨੂੰ ਬੇਟੀ ਨੂੰ ਵੀ ਖੁਸ਼ੀ ਆਪਣੇ ਘਰ ਲਿਆਉਣਾ ਚਾਹੀਦਾ ਹੈ ਜੀ। ਸੋ ਅਸੀਂ ਹੈ ਨਾ ਪੰਛੀਆਂ ਦੀ ਪ੍ਰਿੰਸ ਗੱਲ ਸਟਾਰਟ ਕੀਤੀ ਤਾਂ ਅੱਜ ਦੇ ਟਾਈਮ ਤੇ ਨਾ ਅਸੀਂ ਦੇਖਦੇ ਹਾਂ ਕਿ ਅਗਰ ਕੋਈ ਪੰਛੀ ਕਿਤੇ ਜ਼ਖਮੀ ਵੀ ਪਿਆ ਹੁੰਦਾ ਹੈ ਨਾ, ਕਈ ਵਾਰੀ ਲੋਕ ਉਹਨੂੰ ਦੇਖ ਕੇ ਛੱਡ ਜਾਂਦੇ ਆ। ਅਗਰ ਗੱਡੀ ਦੇ ਨੀਚੇ ਆ ਜਾਏ, ਸਾਈਕਲ ਦੇ, ਬਾਈਕ ਦੇ, ਤਾਂ ਵੀ ਲੋਕ ਪਰਵਾਹ ਨਹੀਂ ਕਰਦੇ। ਉਹਨਾਂ 'ਚ ਵੀ ਜ਼ਿੰਦਗੀ ਆ, ਉਹ ਵੀ ਇਨਸਾਨਾਂ ਦੇ ਵਾਂਗ ਆਪਣੀ ਜ਼ਿੰਦਗੀ ਨੂੰ ਜੀ ਰਹੇ ਆ। ਤਾਂ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ? ਤੁਸੀਂ ਆਪਣੇ ਆਲੇ ਦੁਆਲੇ ਬੜੀਆਂ ਦੇਖੇ ਹੋਣਗੇ, ਮੈਨੂੰ ਲੱਗਦਾ ਕਿ ਬੜੀ ਜ਼ਰੂਰਤ ਹੈ ਹਰ ਇੱਕ ਨੂੰ ਕਿ ਹਾਂ ਕੇਅਰ ਕੀਤੀ ਜਾਵੇ ਉਹਨਾਂ ਦੀ। ਜੀ ਦੇਖੋ ਜੀ, ਲੋਕੀ ਅਗਰ ਕੋਈ ਰਾਸਤੇ 'ਚ ਕੋਈ ਮਰਿਆ ਮਿਲ ਜਾਂਦਾ ਹੈਗਾ ਤੇ ਉਹ ਰੁਮਾਲ ਰੱਖ ਕੇ ਮੂੰਹ ਦੇ ਉੱਤੇ ਜਾਂ ਹੱਥ ਰੱਖ ਕੇ ਮੂੰਹ 'ਤੇ ਨਿਕਲ ਜਾਂਦੇ ਆ, ਉਹ ਸੋਚਦੇ ਨਹੀਂ ਚੀਜ਼ਾਂ ਬਾਰੇ। ਹੁਣ ਜਿੱਦਾਂ ਮੈਂ ਸੇਵਾ ਕਰ ਰਿਹਾ ਹੈਗਾ ਜੀ, ਲੋਕਾਂ ਨੂੰ ਜ਼ਿਆਦਾ ਚੰਡੀਗੜ੍ਹ ਤਾਂ ਵੈਸੇ ਹੀ ਕਾਫੀ ਬੰਦਿਆਂ ਨੂੰ ਪਤਾ ਹੈ ਜੀ ਮੇਰੇ, ਉਹ ਮੈਨੂੰ ਕਾਲ ਕਰ ਦਿੰਦੇ ਹੈਗੇ ਜੀ, ਮਤਲਬ ਕਿ ਆਪ ਨਾ ਕਰਨ ਦੀ ਬਜਾਏ ਉਹ ਦੂਜੇ ਦੇ ਉੱਪਰ ਠੋਕਦੇ ਵੀ ਮੈਂ ਨਹੀਂ ਕਰ ਸਕਦਾ, ਵੀ ਮੈਨੂੰ ਉਹ ਲੱਗਦੀ ਹੈ ਜੀ, ਹੈ ਨਾ, ਮੇਰੇ ਹੱਥ ਗੰਦੇ ਹੋ ਜਾਏਗੇ, ਮੈਨੂੰ ਬਿਮਾਰੀ ਫੈਲ ਜਾਏਗੀ। ਪਰ ਲੇਕਿਨ ਅਗਰ ਤੁਸੀਂ ਸੇਵਾ ਕਰਨ ਦੇ ਯੋਗਿਆ ਹੋ, ਅਗਰ ਸੇਵਾ ਕਰ ਸਕਦੇ ਹੋ, ਇਹ ਕੋਈ ਵੱਡੀ ਸੇਵਾ ਨਹੀਂ ਹੈ। ਕੋਈ ਆਪਣਾ ਕੋਈ ਦਸਤਾਨੇ ਪਾ ਲਓ, ਕੋਈ ਚੀਜ਼ ਕੱਪੜਾ ਲੈ ਲਓ, ਲੇਕਿਨ ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਇਹਨਾਂ ਨੂੰ ਇਕੱਠੇ ਖੱਡਾ ਕਰਕੇ ਦਬਾ ਲਓ। ਅਗਰ ਜ਼ਖਮੀ ਹੁੰਦਾ ਹੈ ਹਸਪੀਟਲ ਆਪਣੇ ਲਿਜਾ ਕੇ ਇਹਨਾਂ ਦੀ ਟ੍ਰੀਟਮੈਂਟ ਕਰਵਾ ਕੇ ਉੱਥੇ ਵੀ ਤੁਸੀਂ ਐਡਮਿਟ ਵੀ ਕਰਾ ਸਕਦੇ ਹੋ ਜਾਂ ਛੱਡ ਵੀ ਸਕਦੇ ਹੋ। ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਮੈਨੂੰ ਕਾਲ ਕਰੋ। ਮੇਰਾ YouTube ਤੇ ਗੂਗਲ ਤੇ ਮੇਰੇ ਬਾਰੇ 'ਚ ਮੇਰਾ ਪ੍ਰਿੰਸ ਮਹਿਰਾ ਬਰਡ ਐਂਬੂਲੈਂਸ ਲਿਖੋ, ਤੁਸੀਂ ਆਪਣਾ ਸਾਰਾ ਕੁਝ ਮੇਰਾ ਉਹਦੇ ਵਿੱਚ ਆ ਜਾਏਗਾ। ਸੋ ਇਹਦੇ ਨਾਲ ਦੀ ਨਾਲ ਇੱਕ ਚੀਜ਼ ਮੈਂ ਤੁਹਾਡੇ ਕੋਲ ਜ਼ਰੂਰ ਜਾਣਨਾ ਚਾਹਾਂਗੀ ਪ੍ਰਿੰਸ ਸਰ, ਨੈਟਵਰਕ ਦਾ ਹਮੇਸ਼ਾ ਰੌਲਾ ਆਉਂਦਾ ਆ। 4G ਦੀ ਗੱਲ ਕਰੀਏ, 5G ਦੀ ਗੱਲ ਕਰੀਏ ਕਿ ਉਹਨਾਂ ਦੇ ਕਰਕੇ ਬੜੇ ਪੰਛੀ ਮਾਰ ਰਹੇ ਨੇ, ਪੰਛੀ ਘੱਟ ਹੀ ਉਹਨਾਂ ਚੀਜ਼ਾਂ ਦੇ ਕਰਕੇ ਰਹੇ ਆ। ਤੁਹਾਡੇ को जानना चाहांगी किन्नी की रियलिटी है इस चीज़ के पीछे तो कितना का असर हो रहा है? देखो जी, हमारी जो इंडियन बर्ड थी वो गरैया कहते हैं जिसे हम, वो अब बहुत लुप्त हो चुकी है, क्योंकि इनकी रेंज ही इतनी है, तो वो जो उसकी रेंज है वो उनको हार्ट को नहीं सहन कर पाती, जिससे उनकी मौत हो रही है और पंछी कम से कम होते जा रहे हैं। काफ़ी ब्रीड्स है जो कम हो गई है, लेकिन
हम नेट के बिना भी हमारी जो ज़िंदगी है वो भी अधूरी है, क्योंकि आजकल जितना भी है सब ऑनलाइन हो रहा है। लेकिन जितना हो सके तो मैं तो वही कहता हूँ भी इसको अवॉइड ज़्यादा ना किया जाए। अब जितना है उतने उसी हिसाब से ठीक है वो। लेकिन अगर हम अपने बारे में सोच रहे हैं अभी हमें इस चीज़ का फ़ायदा है, उस चीज़ से हमें दूसरे को नुकसान हो रहा है, उसके बारे में भी कुछ थोड़ा बहुत सोचना चाहिए। ਕਈ ਵਾਰ ਅਸੀਂ ਘਰਾਂ 'ਚ ਦੇਖਦੇ ਹਾਂ ਬਹੁਤ ਸਾਰੇ ਲੋਕ ਨਾ ਪੰਛੀਆਂ ਨੂੰ ਕੈਦ ਕਰਕੇ ਰੱਖਦੇ ਆ ਆਪਣੀ ਖੁਸ਼ੀ ਦੇ ਲਈ। ਅਸੀਂ ਬਹੁਤ ਸਾਰੇ ਇਦਾਂ ਦੇ ਪੰਛੀ ਹੁੰਦੇ ਨੇ ਜਿਹੜੇ ਜਾਨਵਰ ਵੀ ਕਈਆਂ ਨੇ ਕਈ ਬਹੁਤ ਰੱਖੇ ਹੁੰਦੇ ਨੇ ਘਰਾਂ 'ਚ ਰੱਖ ਕੇ। ਸੋ ਮੈਂ ਚਾਹੁੰਦੀ ਉਹਨਾਂ ਨੂੰ ਕੁਝ ਤੁਸੀਂ ਕਹਿਣਾ ਚਾਹੋ, ਕਿਉਂਕਿ ਹਰ ਇੱਕ ਦੀ ਜ਼ਿੰਦਗੀ ਆ, ਹਰ ਇੱਕ ਨੂੰ ਹੱਕ ਆ, ਰਾਈਟ ਆਪਣੀ ਜ਼ਿੰਦਗੀ ਨੂੰ ਜੀਣ ਦਾ, ਕੈਦ ਕਰਕੇ ਨਹੀਂ ਰੱਖਣਾ ਚਾਹੀਦਾ। जी बिल्कुल जी बिल्कुल। देखो जी सब ਨੂੰ आज़ादी पसंद है। ਹੁਣ ਅਸੀਂ ਵੀ अगर 2 दिन अगर अपने घर ਦੇ ਵਿੱਚ ਬੰਦ ਰਵਾਂਗੇ तो साਡਾ भी साह घुटना शुरू हो जाएगा। इसलिए जितने भी पंछी वगैरह हैं, वैसे कई पंछी ऐसे हैं माइग्रेटिव बर्ड होते हैं जो आजकल बड़े रंग बिरंगे चलते हैं, वो पिंजरों में रख लेते हैं अपने शौक के लिए, क्योंकि वैसे वो पिंजरे में ही रखे जा सकते हैं, क्योंकि बाहर उनके लिए एक तो खाना नहीं मिलेगा और जो बड़े पंछी हैं उनको मार देंगे वो। लेकिन फिर भी जितना हो सके इनको पिंजरों में कैद मत करो, क्योंकि आज़ादी का हक सभी को है। ਸੋ ਮੈਂ ਇੱਥੇ ਚਾਹਾਂਗੀ ਤੁਹਾਨੂੰ ਦਿਖਾਣਾ। ਇੱਥੇ ਮੈਂ ਰੀਡ ਕਰ ਰਹੀ ਸੀ, ਲਿਖਿਆ ਹੋਇਆ ਜਿਵੇਂ ਨਾ ਤੰਬਾਕੂ, ਗੁਟਕਾ ਔਰ ਸ਼ਰਾਬ ਸਿਹਤ ਪਰ ਬਹੁਤ ਹੀ ਖਰਾਬ। ਸੋ ਇਹ ਜਿੰਨੇ ਵੀ ਅਸੀਂ ਸਲੋਗਨ ਰੀਡ ਕਰ ਰਹੇ ਹਾਂ, ਜੋ ਇਹ ਲਾਈਨਾਂ ਲਿਖੀਆਂ ਤੁਸੀਂ ਖੁਦ ਲਿਖੀਆਂ ਨੇ, ਖੁਦ ਪਲਾਨ ਕੀਤਾ ਸੀ ਕਿ ਹਾਂ ਇਹ ਵੀ ਨਾਲ ਦੀ ਨਾਲ ਜਿਹੜਾ ਆ ਉਹ ਲੋਕਾਂ ਨੂੰ ਮੋਟੀਵੇਟ ਕਰਨਾ ਕਿ ਅੱਛੀਆਂ ਚੀਜ਼ਾਂ ਵੱਲ ਜਾਣ, ਤੇ ਲੋਕਾਂ ਨੂੰ ਥੋੜਾ ਇਸ ਚੀਜ਼ ਦੇ ਲਈ ਸੁਚੇਤ ਕਰਨਾ ਕਿ ਹਾਂ ਚੀਜ਼ਾਂ ਜ਼ਿੰਦਗੀ 'ਚ ਸਾਨੂੰ ਕਿਤੇ ਨਾ ਕਿਤੇ ਇੱਕ ਮਾੜੇ ਪਾਸੇ ਲੈ ਜਾਣ। बिल्कुल जी बिल्कुल। देखो जी मैं मेरी साइकिल एक ਇਹੋ ਜਿਹੀ ਹੈਗੀ ਹੈ, मैं ਇਹਦੇ ਉੱਪਰ ਇਹ ਜਿਹੜੇ स्लोगन है मैं चेंज कर दिंदा टाइम से। तो मैं ये नहीं भी मैं पर्यावरण नहीं हटा रहा, मैं पानी भी बचाना है, बिजली बचाना है, पोल्यूशन बचाना है, पंछियों ਨੂੰ बचाना है, जानवरों ਨੂੰ बचाना है। तो ये ਜਿਹੜਾ तंबाकू गुटखा शराब लिखा है ये वाकई में ही सेहत के लिए बहुत ख़राब है जी। ਮੰਨ ਲਓ ਅਗਰ ਤੁਸੀਂ 200 ਜਾਂ 250 ਦੀ ਅਗਰ दारू ਪੀਂਦੇ ਹੋ, ਠੀਕ ਹੈ, ਉਹਦੇ ਨਾਲ ਇੱਕ ਤਾਂ ਤੁਹਾਡੀ ਜਿਹੜੀ ਇੱਜ਼ਤ ਹੈ ਉਹ ਖਰਾਬ ਹੋਏਗੀ ਜੀ, ਉੱਪਰੋਂ ਸਿਹਤ ਖਰਾਬ ਹੋਏਗੀ, ਉੱਪਰੋਂ ਫੈਮਿਲੀ ਦੇ ਜਿਹੜਾ ਤੁਹਾਡਾ ਮਾਨ ਸਨਮਾਨ ਹੈ ਉਹ ਖਰਾਬ ਹੋ ਜਾਏਗਾ ਜੀ। ਠੀਕ ਹੈ, ਘਰ ਵਾਲੇ ਵੀ ਸਮਝਣਗੇ ਇਹ ਤਾਂ ਬੇਕਾਰ ਬੰਦਾ ਹੈ ਜੀ। ਅਗਰ ਅਸੀਂ ਉਹੀ ਪੈਸਿਆਂ ਦੀ ਅਗਰ ਬੱਚਿਆਂ ਲਈ ਕੋਈ ਖਾਣ ਦੀ ਚੀਜ਼ ਲੈ ਕੇ ਜਾਂਦੇ ਹਾਂ ਤਾਂ ਬੱਚੇ ਵੀ ਸਾਰੇ ਖੁਸ਼ ਹੈ, ਸਾਡੀ ਇੱਜ਼ਤ ਵੀ ਕਾਮਯਾਬ ਹੈ। तो इसलिए मैं तंबाकू गुटखा और शराब के खिलाफ हैं जी। ਤੁਹਾਨੂੰ ਵੀ ਇਸ ਦੇ ਮਤਲਬ ਕਿ ਨਹੀਂ ਕਰਨਾ ਚਾਹੀਦਾ, ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ, ਕਿਉਂਕਿ ਦੇਖੋ ਜੀ ਇਹਨਾਂ ਦਾ ਜੋ ਅੰਜਾਮ ਹੈ ਲਾਸਟ ਦੇ ਵਿੱਚ ਬਹੁਤ ਹੀ ਬੁਰਾ ਹੈ। ਸੋ ਅੱਗੇ ਤੁਹਾਨੂੰ ਦਿਖਾਉਂਦੇ ਆ ਸਕੂਟੀ, ਉਹਦੇ ਉੱਪਰ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਹੋਈਆਂ ਨੇ, ਤੇ ਇਹਦੇ ਤੇ ਵੀ ਨਜ਼ਰ ਮਾਰਦੇ ਆ ਅਸੀਂ। ਇਹਦੇ ਤੇ ਵੀ ਪ੍ਰਿੰਸਰ ਦੇਖ ਰਹੇ ਆ। ਮੈਂ ਚਾਹੁੰਦੀ ਇੱਕ ਵਾਰੀ ਦੱਸੋ ਇਹ ਕੀ ਕੁਝ ਜਿਹੜਾ ਆ ਲਗਾਇਆ ਹੋਇਆ ਹੈ, ਇਹ ਪੰਛੀਆਂ ਨੂੰ ਰੱਖਣ ਦੇ ਲਈ, ਇਹਦੇ ਵਿੱਚ ਕਿਵੇਂ ਆ? ਕੋਈ ਇੰਜਰਡ ਪੰਛੀ ਹੋ ਜਾਂਦਾ ਹੈ ਜਾਂ ਜ਼ਖਮੀ ਪੰਛੀ ਹੁੰਦਾ, ਮੈਂ ਇਹ ਟੋਕਰੀ ਸੀ ਕਰਕੇ ਰੱਖੀ ਹੋਈ ਹੈ ਉਹ, ਔਰ ਗੱਡੀ ਦੇ ਉਹ ਸਾਈਕਲ ਦੇ ਬਿਲਕੁਲ ਸਾਈਡ ਤੇ ਰੱਖੀ ਹੋਈ ਹੈ ਜੀ। ਤੁਹਾਡੀ ਜਿਹੜੀ ਇਹ ਜਰਨੀ ਚੱਲ ਰਹੀ ਹੈ, ਤੁਸੀਂ ਹੈ ਨਾ ਸੋਸ਼ਲੀ ਕੰਮ ਕਰ ਰਹੇ ਹੋ, ਬੜਾ ਘੱਟ ਆ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲੋਕੀ ਅੱਗੇ ਆ ਕੇ ਅੱਜ ਦੇ ਟਾਈਮ ਤੇ ਕੰਮ ਕਰਨ। ਸੋ ਕਿਵੇਂ ਐਡਜਸਟ ਕਰਦੇ ਹੋ? ਤੁਸੀਂ ਜੌਬ ਵੀ ਕਰਦੇ ਹੋ ਨਾਲ ਦੀ ਨਾਲ, ਤੇ ਇੱਧਰ ਵੀ ਜਿਹੜਾ ਆ ਉਹ ਵੀ ਆਪਣਾ ਫਰਜ਼ ਨਿਭਾ ਰਹੇ ਹੋ। ਦੇਖੋ ਜੀ ਜੋਬ ਤੋਂ ਮੇਰੀ 8 ਘੰਟੇ ਦੀ ਹੈ ਜੀ, ਉਸ ਤੋਂ ਪਹਿਲਾਂ ਮੈਂ ਫ੍ਰੀ ਹੁੰਦਾ ਜੀ। ਕੋਈ ਕੰਪਲੇਂਟ ਆਉਂਦੀ ਹੈ ਤਾਂ ਮੈਂ ਆਪਣੀ ਐਂਬੂਲੈਂਸ ਕੋਈ ਵੀ ਹੁੰਦੀ ਹੈ ਉਹਦੇ ਉਸ ਦੇ ਉੱਪਰ ਮੈਂ ਸਾਰੀ ਜੋ ਸੇਵਾ ਉਹ ਕਰਦਾ। ਅਗਰ ਮੰਨ ਲਓ ਡਿਊਟੀ ਦੇ ਟਾਈਮ ਮੇਰੀ ਐਂਬੂਲੈਂਸ 'ਚ ਡਿਊਟੀ ਹੈ ਐਨੀਮਲ ਹਸਬੈਂਡਰੀ ਦੇ ਵਿੱਚ, अगर कोई कंप्लेंट आती है मेरे ऑफिस आ जाती है, कोई पंछी की है, कोई इंजर्ड डॉग वगैरह की है, कोई कैट की है, तो मैं उसी एम्बूलेंस में जो है ये सारे काम मैं कर लेता हूँ। ਸੋ ਇਸ ਜਰਨੀ 'ਚ ਕਦੀ ਕਿਸੇ ਨੇ ਅੱਗੇ ਆ ਕੇ ਤੁਹਾਡੀ ਮਦਦ ਕਰਨੀ ਚਾਹੀ, ਕਿਸੇ ਪਾਸੇ ਤੁਹਾਨੂੰ ਸਹਾਇਤਾ ਮਿਲੀ ਕੋਈ? मुझे स्टेट अवार्ड मिला हुआ है, बस वही अवार्ड है जी बस। बाकी और मुझे जो ये मेरे काम को देखकर मुझे एनिमल हस्बेंड्री में एज ए DC रेट पे मुझे ये सर्विस मिली हुई है, क्योंकि मेरी जो मैं जो सेवा करता था, मैं अगर किसी और जगह पे लगता तो मुझे वो डेली जाने नहीं देते। तो मैंने फिर इसीलिए मुझे इसी डिपार्टमेंट में मुझे उन्होंने सेवा को देखते हुए मुझे एनिमल अटेंडेंट के तौर पे रख लिया, और ये दोनों सेवाएं मेरी उसमें हो जाती है जी। ਸੋ ਕੀ ਕੁਝ ਹੁਣ ਅੱਗੇ ਤੁਸੀਂ ਪਲਾਨ ਕਰਕੇ ਰੱਖੇ ਹੋਏ ਨੇ ਕਿ ਹਾਂ ਜ਼ਿੰਦਗੀ 'ਚ ਹੁਣ ਅੱਗੇ ਇਹ ਵੀ ਚੀਜ਼ਾਂ ਕਰਨੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ? ਤੁਸੀਂ ਪੰਛੀਆਂ ਦੇ ਲਈ ਤਾਂ ਮਦਦ ਕਰ ਹੀ ਰਹੇ ਹੋ, ਉਹਨਾਂ ਦੇ ਲਈ ਤਾਂ ਇੱਕ ਮਸੀਹਾ ਹੋ ਇਸ ਟਾਈਮ ਤੇ, ਹੋਰ ਕੀ ਕੁਝ ਹੈ ਪ੍ਰਿੰਸ ਮਹਿਰਾ ਜੀ ਦੇ ਵੱਲੋਂ ਆਉਣ ਵਾਲੇ ਟਾਈਮ 'ਚ? ਮਸੀਹਾ ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਤਾਂ ਐਡਾ ਬੜਾ ਹੈ ਨਹੀਂ ਜੀ। ਮੈਂ ਤਾਂ ਸੇਵਾ ਦੇ ਵਿੱਚ ਆਇਆ, ਉੱਪਰ ਵਾਲੇ ਨੇ ਮੈਨੂੰ ਇਸ ਸੇਵਾ ਦਾ ਮੌਕਾ ਦਿੱਤਾ ਹੋਇਆ, ਇਸ ਲਾਇਕ ਸਮਝਿਆ ਮੈਨੂੰ ਇਸੀ ਵਿੱਚ ਬੜੀ ਹੀ ਖੁਸ਼ੀ ਹੈਗੀ ਹੈ। ਇਹ ਤਾਂ ਤੁਹਾਡੇ ਚੈਨਲ ਵਰਗੇ ਜਿਹੜੇ ਮੈਨੂੰ ਇੰਨਾ ਉੱਪਰ ਚੱਕਦੇ ਆ, ਮੈਂ ਇਸ ਕਾਬਲ ਨਹੀਂ ਹੈਗਾ ਜੀ। ਮੈਂ ਨੀਚੇ ਜੁੜਨ ਵਾਲੇ ਬੰਦਿਆਂ 'ਚ ਹੈਗਾ ਜੀ ਮੈਂ। ਤੇ
ਹੁਣ ਜਿਹੜੇ ਕਈ ਬੰਦਿਆਂ ਨੂੰ ਪਤਾ ਲੱਗ ਚੁੱਕਾ ਹੈਗਾ, ਕੋਈ ਪੜ੍ਹਦੇ ਰਹਿੰਦੇ ਮੇਰੇ ਬਾਰੇ 'ਚ, ਦੇਖਦੇ ਰਹਿੰਦੇ ਆ। ਤੋ ਅਗਰ ਕੋਈ ਕਾਲ ਵੀ ਆਂਦਾ ਹੈ, ਜਿੱਦਾਂ ਹੁਣ ਤੁਸੀਂ ਪੰਜਾਬ ਤੋਂ ਹੈਗੇ, ਤੁਸੀਂ ਅਗਰ ਕੋਈ ਵੀਡੀਓ ਦੇਖ ਕੇ ਤੁਹਾਡੀ ਚੈਨਲ ਦੇ ਉੱਤੇ ਅਗਰ ਮੈਨੂੰ ਕੋਈ ਕਾਲ ਕਰਦਾ ਤਾਂ ਮੈਂ ਉਹਨੂੰ ਪ੍ਰੋਸੀਜਰ ਦੱਸ ਦਿੰਦਾ ਵੀ ਕਿਸ ਤਰ੍ਹਾਂ ਕਰਨਾ ਹੈਗਾ। ਤੋ ਫਿਰ ਲੋਕੀ ਉਹ ਕਾਫੀ ਮਤਲਬ ਮੋਟੀਵੇਟ ਹੋ ਗਏ। ਹੁਣ ਤਾਂ ਸਕੂਲਾਂ ਦੇ ਬੱਚੇ ਵੀ ਕਾਫੀ ਮੋਟੀਵੇਟ ਹੈ ਇਸ ਚੀਜ਼ਾਂ ਤੋਂ। तो मैं तो देखो जी, अगर सेवा फड़ी हुई है तो मैं जब तक मेरी साह ਦੇ ਵਿਸਾਹ ਹੈ मैं ये सेवा ਲਗਾਤਾਰ ਮੈਂ ਕਰਦਾ ਰਹਾਂਗਾ ਜੀ। ਸੋ ਜਾਂਦੇ ਜਾਂਦੇ ਮੈਂ ਇੱਕ ਆਖਰੀ ਸਵਾਲ ਲੈਣਾ ਚਾਹਾਂਗੀ। ਲੋਕਡਾਊਨ ਦਾ ਸਮਾਂ ਜਿਹੜਾ ਸੀ ਉਹ ਸਭ ਦੇ ਲਈ ਬੜਾ ਮਾੜਾ ਰਿਹਾ। ਸੋ ਲੋਕਡਾਊਨ ਦੇ ਵਿੱਚ ਫਿਰ ਕਿਵੇਂ ਤੁਸੀਂ ਇਹ ਸਫ਼ਰ ਜਾਰੀ ਰੱਖਿਆ? ਨਹੀਂ, ਮੇਰੀ ਦੇਖੋ ਜੀ, ਐਂਬੂਲੈਂਸ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਜੀ। ਸਾਡੀ ਮੇਰੀ ਜਿਹੜੀ ਜਿੱਥੇ ਮੈਂ ਸਰਵਿਸ ਕਰਦਾ ਉੱਥੇ ਐਮਰਜੈਂਸੀ ਡਿਊਟੀਸ ਅਸੀਂ ਕਰਦੇ ਹੈਗੇ ਜੀ। ਐਂਬੂਲੈਂਸ ਦੇ ਵਿੱਚ ਵੀ ਮੈਨੂੰ ਜਿੱਦਾਂ ਕੋਈ ਸਾਰੇ ਜਾਣਦੇ ਆ, ਐਂਬੂਲੈਂਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਜੀ। ਉਸ ਦੇ ਵਿੱਚ ਸਪੈਸ਼ਲ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਜਿਹੜੀ ਚੱਲਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਬਿਨਾਂ ਨਹੀਂ ਹੋ ਸਕਦਾ ਕੁਝ ਵੀ। ਸੋ ਤੁਸੀਂ ਕੁਝ ਆਡੀਅנס ਨੂੰ ਕਹਿਣਾ ਚਾਹੋ ਪਲੀਜ਼? मैं ऑडियंस ਨੂੰ सही कहना चाहता जी, चाहे कोई पंछी है, कोई जानवर है, ਜਾਂ कोई ह्यूमंस है, सेवा करो जितनी हो सकती है, क्योंकि जो सेवा का फल है आपको ज़रूर मिलेगा अगर आप करना चाहते हो तो। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਸਰ, ਸਮਾਂ ਦੇਣ ਦੇ ਲਈ, ਗੱਲਬਾਤ ਕਰਨ ਦੇ ਲਈ, ਤੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਮੈਂ ਇੱਕ ਵਾਰ ਫਿਰ ਤੋਂ ਤੁਹਾਡੀ ਤਾਰੀਫ ਕਰਨਾ ਚਾਹਾਂਗੀ ਉਸ ਚੀਜ਼ ਦੇ ਲਈ, ਤੇ ਇਹੀ ਦੁਆ ਕਰਾਂਗੇ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਆ ਇਹਨਾਂ ਪੰਛੀਆਂ ਦੇ ਲਈ ਉਹ ਮਦਦ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਥੈਂਕ ਯੂ ਤੁਹਾਡੇ ਚੈਨਲ ਦਾ। ਸੋ ਇਹ ਸਨ ਮੇਰੇ ਨਾਲ ਪ੍ਰਿੰਸ ਮਹਿਰਾ, ਜੋ ਕਿ ਸੋਸ਼ਲ ਵਰਕਰ ਨੇ। ਉਹਨਾਂ ਦੇ ਵੱਲੋਂ ਪੰਛੀਆਂ ਦੇ ਲਈ ਮਦਦ ਕੀਤੀ ਜਾ ਰਹੀ ਹੈ। ਇੱਕ ਲੰਬੇ ਸਮੇਂ ਤੋਂ ਅੱਗੇ ਆ ਕੇ ਜ਼ਖਮੀ ਨੇ ਤਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਅਗਰ ਕਿਸੇ ਦੀ ਡੈਥ ਹੋ ਜਾਂਦੀ ਤਾਂ ਸੰਸਕਾਰ ਕਰਕੇ ਉਹਨਾਂ ਦਾ ਹਵਨ ਵੀ ਕਰਵਾਇਆ ਜਾਂਦਾ ਹੈ। ਸੋ ਤੁਸੀਂ ਇਸ ਸਭ ਤੇ ਕੀ ਕਹਿਣਾ ਚਾਹੋਗੇ, ਕਮੈਂਟ ਕਰਕੇ ਜ਼ਰੂਰ ਦੱਸੋ। ਹਰ ਲੇਟੈਸਟ ਅਪਡੇਟ ਨੂੰ ਜਾਣਨ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ।